ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। आओ फिर मनाइए लॉन्ग वीकेंड। जॉल साहब ਦੇ ਨਾਲ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅੱਛਾ ਸਾਰੇ ਸਰੋਤਿਆਂ ਨੂੰ ਵੀ, ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਮਿਹਰਬਾਨੀ। ਕੀ ਹਾਲ ਚਾਲ? ਬਸ ਮਿਹਰਬਾਨੀ। ਦੇਖੋ ਖੂਬਸੂਰਤ ਦਿਨ ਜਿਹੜੇ ਆ ਆਪਣੇ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਤੇ ਕੰਫਰਟੇਬਲ ਟੈਂਪਰੇਚਰ ਹੈ, ਕੋਈ ਗਰਮੀ ਦਾ ਹੁਣ ਨਾਮੋ ਨਿਸ਼ਾਨ ਨਹੀਂ ਹੈ। ਤੇ ਦੂਸਰੇ ਪਾਸੇ ਜੀ ਭਈ ਛੁੱਟੀ ਦਾ ਦਿਹਾੜਾ, ਸਾਰੇ ਭੈਣ ਭਰਾ ਵੈਸੇ ਤੇ ਹੁਣ ਛੁੱਟੀਆਂ ਵਾਲਾ ਮਾਹੌਲ ਹੀ ਚੱਲ ਰਿਹਾ ਪਿਛਲੇ 13 ਮਹੀਨਿਆਂ ਤੋਂ ਦੇਖ ਰਹੇ ਹਾਂ ਜੀ। ਲੇਕਿਨ ਕਿ ਹੋਪਫੁਲੀ ਲੋਕ ਇਸ ਦਾ ਵੀ ਅੱਜ ਦਾ ਦਿਨ ਦਾ ਵੀ ਆਨੰਦ ਮਾਣਨਗੇ ਜੀ। ਸੋ ਸਾਡੇ ਜਿੰਨੇ ਵੀ ਦਰਸ਼ਕ ਆ ਸਾਨੂੰ ਫੋਟੋਆਂ ਭੇਜ ਰਹੇ ਨੇ। ਜੌਲ ਸਾਹਿਬ ਕਹਿੰਦੇ ਅਸੀਂ ਲੌਂਗ ਵੀਕਐਂਡ ਰੰਗਲਾ ਪੰਜਾਬ ਦੇਖ ਰਹੇ ਨੇ। ਜੌਲ ਸਾਹਿਬ ਕਹਿੰਦੇ ਲੁਕਿੰਗ ਵੈਰੀ ਗੁੱਡ। ਅੱਛਾ ਜੀ, ਬਹੁਤ ਬਹੁਤ ਧੰਨਵਾਦ। ਜਿੱਥੇ ਕਿਤੇ ਵੀ ਭੈਣ ਭਰਾ ਬੈਠੇ ਨੇ, ਵੈਸੇ ਕਾਫੀ ਸਾਰੀਆਂ ਪਿਕਚਰਸ ਆਈਆਂ ਸੋਸ਼ਲ ਮੀਡੀਆ ਤੇ ਸਾਡੇ ਕੋਲ ਜੀ ਤੇ ਕੋਈ ਲੇਕ ਤੇ ਗਏ ਹੋਏ ਨੇ, ਕੋਈ ਕਿਤੇ ਜੀ। ਪਰ ਇਸ ਦੇ ਬਾਵਜੂਦ ਦੱਸਦੀ ਹੈ ਜੀ ਵੀ ਇਹ ਜਿਹੜਾ ਸਟੇ ਐਟ ਹੋਮ ਸਾਵਧਾਨ ਇਹਦੇ ਨਾਲ ਹੀ ਜਾਣੀ ਕਿ ਜਿਹੜਾ ਇਹ ਲੇਕਸ ਤੇ ਫਿਰ ਆਪਾਂ ਨੂੰ ਖਬਰਾਂ ਪ੍ਰਾਪਤ ਹੁੰਦੀਆਂ ਜੀ ਵੀ ਤਿਲਕ ਗਏ, ਸੰਭਲੇ ਨਹੀਂ, ਉਹ ਸਭ ਕੁਛ ਹੈ ਨਾ ਜੀ। ਤੇ ਉਹਦੇ ਬਾਰੇ ਫਿਰ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੀਆਂ ਖਬਰਾਂ ਆਉਣ ਤੋਂ ਪਹਿਲਾਂ ਹੀ, ਵੈਸੇ ਤੇ ਕੋਈ ਵੀ ਰੁੱਤ ਆਵੇ ਸਾਡੇ ਜੋ ਫਰਜ਼ ਬਣਦਾ ਅਸੀਂ ਉਹਦੇ ਬਾਰੇ ਦੱਸਦੇ ਰਹਿੰਦੇ ਹਾਂ ਜੀ। ਤੇ ਇਸ ਕਰਕੇ ਵੀ ਜੇ ਇਹ ਠੰਡੇ ਪਾਣੀਆਂ 'ਚ ਤਾਰੀਆਂ ਲਾਉਣ ਨੂੰ ਦਿਲ ਕਰਦਾ ਹੈ, ਪਰ ਡੂੰਘੇ ਪਾਣੀ ਵੱਲ ਉਹੀ ਜਾਵੇ ਜਿਹੜਾ ਤਾਰੂ ਹੈ। ਜੇ ਡੂੰਘੇ ਪਾਣੀ 'ਚ ਜਾ ਕੇ ਸੰਭਲ ਨਹੀਂ ਸਕਦੇ ਤੇ ਫਿਰ ਤੁਹਾਨੂੰ ਇਹ ਜਿਹੜੀਆਂ ਝੀਲਾਂ, ਠੀਕ ਹੈ, ਕੰਢੇ ਤੇ ਬੈਠ ਕੇ ਆਨੰਦ ਮਾਣੋ ਪਾਣੀ ਦਾ, ਠੰਡੀ ਹਵਾ ਦਾ ਜੀ। ਪਰ ਪਾਣੀ 'ਚ ਨਾ ਜਾਓ ਜੇ ਨਹੀਂ ਸੰਭਲ ਸਕਦੇ। ਇਹ ਸਾਡੀ ਬੇਨਤੀ ਹੈ ਜੀ। ਔਰ ਪਹਿਲੀ ਗੱਲ ਤਾਂ ਸਟੇ ਐਟ ਹੋਮ ਆਰਡਰ ਆ, ਸੋ ਆਈ ਡੋਨਟ ਥਿੰਕ ਯੂ ਸ਼ੁੱਡ ਬੀ ਗੋਇੰਗ ਆਊਟਸਾਈਡ। ਬਟ ਚਲੋ ਕਈ ਵਾਰੀ ਲੋਕੀ ਅੱਕ ਜਾਂਦੇ, ਥੱਕ ਜਾਂਦੇ ਆ, ਕਈ ਵਾਰੀ ਘੁੰਮਣਾ ਚਾਹੁੰਦੇ ਨੇ ਬਈ ਦੀ ਗੱਡੀਆਂ 'ਤੇ ਬਹਿ ਕੇ ਆਰਾਮ ਨਾਲ ਤੁਸੀਂ ਘੁੰਮੋ। ਬਟ ਇਸ ਵੇਲੇ ਜੋ ਕੱਲ੍ਹ ਦੇ ਰਿਪੋਰਟਸ ਜੌਲ ਸਾਹਿਬ ਗੱਲਬਾਤ ਕਰ ਲਈਏ, 1691 which is a very big dip and is a very good dip ਕਹਿ ਲਈਏ ਜੀ। जैसे टोरंटो रिपोर्ट कीते 400 and I believe 55 infections at the PL region ਦੇ ਵਿੱਚ added 326 and York region ਦੇ ਵਿੱਚ 173। so numbers ਘਟਦੇ ਜਾ ਰਹੇ ਨੇ which is very very good। ਇੱਕ ਪੀਕ ਤੇ ਜਿੱਥੇ ਆਪਾਂ 5000 ਕੇਸਿਸ ਹਿੱਟ ਕਰਨ ਲੱਗੇ ਸੀ, ਹਿੱਟ ਕਰ ਚੁੱਕੇ ਸਨ, ਹੁਣ ਅਸੀਂ 16 ਜਾਂ ਆਲੇ ਦੁਆਲੇ 18-16 ਦੇ ਵਿੱਚ ਘੁੰਮ ਰਹੇ ਹਾਂ। ਯੈਸ। ਔਰ ਇਹਦੇ ਨਾਲ ਹੀ ਜਿਹੜਾ ਡੈਥ ਨੰਬਰਸ ਵੀ ਥੱਲੇ ਗਏ ਆ, ਉਸ ਤੇ ਵੀ ਆਪਾਂ ਤਸੱਲੀ ਦਾ ਪ੍ਰਗਟਾਵਾ ਕਰੀਏ, ਪਰ ਆਪਾਂ ਹੋਪ ਕਰੀਏ ਕਿ ਇਹ ਡੈਥ ਰੇਟ ਆ ਜਿਹੜਾ ਵੀ ਇਹ ਜ਼ੀਰੋ ਤੇ ਜਾਊਗਾ। ਵੈਸੇ ਆਪਾਂ ਦੇਖਾਂਗੇ 100%। ਔਰ ਇਹ ਸਿਰਫ ਇਹੀ ਇਹ ਕਿੱਦਾਂ ਜ਼ੀਰੋ ਤੇ ਜਾਊਗਾ ਕਿ ਤੁਸੀਂ ਘਰ ਬਹਿ ਕੇ ਰੂਲਸ ਫੋਲੋ ਕਰੋਗੇ। ਯੈਸ। ਔਰ ਦੇਖੋ ਹੁਣ ਸਟੇ ਐਟ ਹੋਮ ਆਰਡਰ ਦਾ ਪ੍ਰੀਮੀਅਰ ਡਗਫੋਰਡ ਤਾਂ ਕਹਿੰਦੇ ਵੀ ਬਹੁਤ ਫਾਇਦਾ ਹੋ ਰਿਹਾ, ਉਸੇ ਕਰਕੇ ਨੰਬਰ ਥੱਲੇ ਜਾ ਰਹੇ ਆ। ਪਰ ਉਹਦੇ ਵਿੱਚ ਇੱਕ ਫੈਕਟਰ ਜਾਣੀ ਇਹ ਵੈਕਸੀਨੇਸ਼ਨ ਦਾ ਵੀ ਆ ਨਾ, ਕਿੰਨੇ ਲੋਕ ਵੈਕਸੀਨੇਟ ਹੋ ਰਹੇ ਆ ਤੇ ਉਹਨਾਂ ਦੀ ਇਮਿਊਨਿਟੀ ਜਦੋਂ ਬਿਲਡ ਹੋ ਜਾਂਦੀ ਆ ਤੇ ਨਾ ਤੇ ਉਹਨਾਂ ਨੇ ਟੈਸਟ ਕਰਾਉਣ ਜਾਣਾ ਤੇ ਨਾ ਫਿਰ ਉਹਨਾਂ ਨੇ ਪੋਜ਼ਿਟਿਵ ਨਿਕਲਣਾ ਜੀ। ਤੇ ਜੀ ਭਈ ਇਹ ਕਾਫੀ ਸਾਰੇ ਫੈਕਟਰਸ ਨੇ। ਹੌਲੀ ਹੌਲੀ ਹੁਣ ਜਾਣੀ ਵੀ ਕਹਿ ਲਓ ਭਈ ਹਾਥੀ ਲੰਘ ਗਿਆ ਤੇ ਪੂਛ ਰਹਿ ਗਈ ਆ, ਉਹ ਇਹ ਪੂਛ ਲੰਘਣ ਦੇ ਸਮੇਂ 'ਚ ਵੀ ਆਪਾਂ ਸਹਿਯੋਗ ਕਰ ਲਈਏ। ਜੌਲ ਸਾਹਿਬ ਇੱਕ ਬਹੁਤ ਹੋਰ ਖੁਸ਼ਖਬਰੀ ਸਾਡੇ ਬੱਚਿਆਂ ਵਾਸਤੇ। ਪਹਿਲੋਂ ਜਦੋਂ ਇਹ ਪੈਂਡੈਮਿਕ ਸ਼ੁਰੂ ਹੋਇਆ, ਜਦੋਂ ਇਹ ਵੈਕਸੀਨਸ ਬਾਹਰ ਆਈਆਂ, ਪਹਿਲਾਂ ਉਹਨਾਂ ਨੇ ਬਜ਼ੁਰਗਾਂ 'ਤੇ ਟਾਰਗੇਟ ਕੀਤਾ ਕਿ ਸਾਰੇ ਜਿਹੜੇ ਬਜ਼ੁਰਗ ਨੇ ਉਹ ਪਹਿਲਾਂ ਵੈਕਸੀਨ ਲਵਾ ਲੈਣ। ਫਿਰ ਥੋੜ੍ਹਾ ਜਿਹਾ ਸਾਡੇ ਜਿਹੜੇ ਪੇਰੈਂਟਸ ਦੇ ਏਜ ਦੇ ਉੱਤੇ ਆਏ, ਫਿਰ ਥੋੜ੍ਹਾ ਜਿਹਾ ਥੱਲੇ 30s ਦੇ ਆਏ, ਫਿਰ ਸਾਡੀ ਏਜ ਦੇ ਵਿੱਚ ਆਏ, ਹੁਣ 18+ ਤੇ ਹੁਣ ਬਹੁਤ ਵੱਡੀ ਤਾਦਾਦ ਦੇ ਵਿੱਚ ਖੁਸ਼ਖਬਰੀ ਹੈ ਕਿ ਓਨਟਾਰੀਓਜ਼ ਨਾਓ ਜਿਹੜੇ ਏਜ ਨੇ 12 ਐਂਡ ਅਪ ਦੀ ਗੱਲ ਕਰੀਏ, ਉਹ ਵੀ ਹੁਣ COVID-19 ਵੈਕਸੀਨਸ ਥਰੂ ਪ੍ਰੋਵਿੰਸ਼ੀਅਲ ਸਿਸਟਮ ਐਂਡ ਥਰੂ ਦ ਫਾਰਮੇਸੀਜ਼ ਲਗਵਾ ਸਕਦੇ ਨੇ। ਅਰਸ਼ ਬਿਲਕੁਲ। ਦੇਖੋ ਵੀ ਇਹ ਜਿਹੜੀ ਗਰੁੱਪਿੰਗ ਆ ਏਜ ਦੀ ਇਸ ਕਰਕੇ ਕੀਤੀ ਗਈ ਸੀ ਕਿ ਉਦੋਂ ਆਪਣੇ ਕੋਲ ਸਪਲਾਈ ਬਹੁਤ ਘੱਟ ਸੀਗੀ ਜੀ। ਉਹ ਥੋੜੀ ਸਪਲਾਈ ਦੇ ਨਾਲ ਅਸੀਂ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਏਜ ਗਰੁੱਪ ਸੀ ਵੀ ਉਹਨੂੰ ਪਹਿਲਾਂ ਵੈਕਸੀਨੇਟ ਕਰ ਸਕੀਏ। ਇਸੇ ਕਰਕੇ ਪਹਿਲਾਂ ਜਾਣੀ ਕਿ 80 ਸਾਲ ਤੋਂ ਸ਼ੁਰੂ ਕੀਤਾ ਗਿਆ ਹਨਾ, ਫਿਰ ਆਪਾਂ 70 ਤੇ ਆ ਗਏ, 60 ਤੇ ਆ ਗਏ ਵਗੈਰਾ ਵਗੈਰਾ ਜੀ। ਹੁਣ ਲੇਕਿਨ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਵੀ ਸਾਡੇ ਕੋਲ ਸਪਲਾਈ ਦੀ ਘਾਟ ਨਜ਼ਰ ਨਹੀਂ ਆ ਰਹੀ। ਕਾਫੀ ਵੱਡੀ ਮਾਤਰਾ ਦੇ ਵਿੱਚ ਮੋਡਰਨਾ ਤੇ ਫਾਈਜ਼ਰ ਜਿਹੜੀਆਂ ਇਹ ਵੈਕਸੀਨਸ ਆ ਇਹ ਕੈਨੇਡਾ ਨੂੰ ਮਿਲੀਆਂ ਹੋਈਆਂ ਨੇ ਤੇ ਪ੍ਰੋਵਿੰਸਸ ਨੂੰ ਜਿਹੜੀਆਂ ਸਪਲਾਈ ਪਰ ਕੈਪੀਟਾ ਰੇਟ ਤੇ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਤੇ ਓਨਟਾਰੀਓ ਗਵਰਨਮੈਂਟ ਖੁਦ ਹੁਣ ਮੰਨ ਚੁੱਕੀ ਆ ਵੀ ਸਾਡੇ ਕੋਲ ਸਫੀਸ਼ੀਐਂਟ ਸਪਲਾਈ ਹੈਗੀ ਆ। ਇਸੇ ਕਰਕੇ ਜਿਹੜਾ ਵੀ ਧੜੱਲੇ ਦੇ ਨਾਲ ਹੁਣ ਜਿਹੜੇ ਇਹ ਵੈਕਸੀਨੇਸ਼ਨ ਕਲੀਨਿਕ ਵੀ ਆ, ਇਨਕਲੂਡਿੰਗ ਬਰੈਂਪਟਨ, ਮਿਸਾਗਾ, ਕੈਲਗਰੀ, ਸਾਰੇ ਪਾਸੇ ਖੁੱਲੇ ਹੋਏ ਨੇ ਤੇ ਲੋਕਾਂ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ, ਇੱਥੋਂ ਤੱਕ ਕਿ ਇਨਕਰੇਜ ਕੀਤਾ ਜਾ ਰਿਹਾ ਵੀ ਆ ਜਾਓ, ਤੁਹਾਨੂੰ ਆਈਸਕ੍ਰੀਮ ਵੀ ਦਿਆਂਗੇ, ਤੁਹਾਨੂੰ ਠੰਡਾ ਵੀ ਪਿਲਾਵਾਂਗੇ, ਖਾਸ ਤੌਰ ਤੇ ਬੱਚਿਆਂ ਨੂੰ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 12 ਸਾਲ ਤੋਂ ਛੋਟੀ ਉਮਰ ਦੇ, ਜਿੱਦਾਂ ਨੇਥਨ ਫਿਲਿਪਸ ਸਕੁਏਅਰ ਤੇ ਬਰੈਂਪਟਨ ਟੋਰਾਂਟੋ ਡਾਊਨਟਾਊਨ ਦੇ ਵਿੱਚ ਲੱਗਾ ਸੀ ਨਾ ਪੌਪ ਅਪ ਕਲੀਨਿਕ, ਉੱਥੇ ਬੱਚਿਆਂ ਨੂੰ ਜਾਣੀ ਇਨਕਰੇਜ ਕੀਤਾ ਜਾ ਰਿਹਾ ਸੀ ਵੀ ਤੁਸੀਂ ਆ ਜਾਓ, ਨਾਲੇ ਆਈਸਕ੍ਰੀਮ ਖਾ ਜਾਓ, ਨਾਲੇ ਤੁਹਾਨੂੰ ਇੱਥੇ ਛੋਟੇ ਬੱਚੇ ਨੇ, ਦੇ ਆਰ ਸਕੇਅਰਡ ਆਫ ਨੀਡਲਸ। ਤੇ ਪਰ ਦੂਸਰੇ ਪਾਸੇ ਇਹ ਆ ਜੀ ਵੀ ਦੇਖੋ ਕੋਈ ਐਸੀ ਵੈਕਸੀਨ ਹੈ ਨਹੀਂ ਜਿਹੜੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਹੋਵੇ।
ਇਸ ਕਰਕੇ ਵੀ ਆਪਾਂ ਹੁਣ ਕਹਿ ਸਕਦੇ ਹਾਂ ਹਰ ਉਮਰ ਗਰੁੱਪ ਦੇ ਭੈਣ ਭਰਾ ਵਾਸਤੇ ਵੈਕਸੀਨ ਅਵੇਲੇਬਲ ਆ ਤੇ ਜਾ ਕੇ ਅਪਾਇੰਟਮੈਂਟ ਬਣਾ ਕੇ ਆਪਣਾ ਟੀਕਾ ਲਵਾਇਆ ਜਾਵੇ ਜੀ। ਹੁਣ ਕੋਈ ਉਮਰ ਗਰੁੱਪ ਬਚਿਆ ਹੀ ਨਹੀਂ ਕਿਉਂਕਿ ਵੈਕਸੀਨ ਆ ਜਿਹੜੀ ਇਹ ਫਾਈਜ਼ਰ ਦੀ ਆ ਜਿਹੜੀ ਕਿ 12 ਸਾਲ ਤੋਂ ਉੱਪਰ ਦੀ ਏਜ ਦੇ ਲੋਕਾਂ ਨੂੰ ਲੱਗ ਸਕਦੀ ਆ ਜੀ ਤੇ ਵੀ ਉਹ ਤੋਂ ਥੱਲੇ ਕੋਈ ਵੈਕਸੀਨ ਹਜੇ ਬਣੀ ਨਹੀਂ। ਸੋ ਆਪਾਂ ਅੱਜ ਇਹ ਗੱਲ ਜਾਣੀ ਕਹਿ ਸਕਦੇ ਹਾਂ ਵੀ ਹਰ ਇੱਕ ਉਮਰ ਗਰੁੱਪ ਐਲੀਜੀਬਲ ਆ। ਸਾਰੇ ਭੈਣ ਭਰਾ ਹੁਣ ਜਾਣੀ ਕਿ ਐਲੀਜੀਬਲ ਨੇ 12 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ। ਜਿੱਥੇ ਕਿਤੇ ਵੀ ਜਗ੍ਹਾ ਮਿਲਦੀ ਅੱਜ ਛੁੱਟੀ ਦਾ ਦਿਨ ਹੈ ਆਲੇ ਦੁਆਲੇ ਦੇ ਵਿੱਚ ਵੈਕਸੀਨੇਸ਼ਨ ਕਲੀਨਿਕ ਇਨਫ ਖੁੱਲੇ ਹੋਏ ਨੇ ਤੇ ਆਪਣੀ ਅਪਾਇੰਟਮੈਂਟ ਬਣਾਓ ਤੇ ਸੇਮ ਡੇ ਹੀ ਬਹੁਤ ਸਾਰੇ ਵੈਸੇ ਪੌਪ ਅਪ ਕਲੀਨਿਕਸ ਤੇ ਹੁਣ ਵਾਕ ਇਨ ਨੂੰ ਵੀ ਹੌਲੀ ਹੌਲੀ ਜਿਹੜਾ ਇਨਕਰੇਜ ਕਰਨ ਲੱਗ ਪਏ ਆ। ਤਾਂ ਸਾਡੀ ਬੇਨਤੀ ਹੈ ਕਿ ਬੈਟਰ ਤੁਸੀਂ ਆਪਣੀ ਅਪਾਇੰਟਮੈਂਟ ਲੈ ਕੇ ਜਾਓ ਤਾਂ ਕਿ ਤੁਹਾਨੂੰ ਉੱਥੇ ਜਿਹੜੀ ਸਰਵਿਸ ਆ ਉਹ ਗਾਰੰਟੀਡ ਹੋ ਸਕੇ। 905-813-1320 ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੀ ਟੀਮ ਇੰਡੀਆ ਦੇ ਵਿੱਚ। ਜੌਲ ਸਾਹਿਬ ਬਹੁਤ ਜਿਹੜੇ ਕਟਿੰਗਸ ਪੇਸ਼ ਕਰਦੇ ਨੇ ਤੁਹਾਡੀਆਂ ਸਾਡੀਆਂ ਤੇ ਜਿੰਨੇ ਵੀ ਸਾਡੇ ਪੱਤਰਕਾਰ ਆਉਂਦੇ ਨੇ। ਸੁਖ ਸਾਡੇ ਐਡੀਟਰ, ਸ਼ਿਵਮ ਸ਼ਰਮਾ ਜੀ ਸਾਡੇ ਇਸ ਵੇਲੇ ਉੱਥੇ ਬੜੇ ਧਰਲੇ ਦੇ ਨਾਲ ਬੜੇ ਜੋਸ਼ ਪੂਰੀ ਟੀਮ ਦੇ ਨਾਲ ਕੰਮ ਕਰ ਰਹੇ ਨੇ ਰੰਗਲਾ ਪੰਜਾਬ ਦੇ ਹੈੱਡ ਆਫਿਸ ਖਰੜ ਚੰਡੀਗੜ੍ਹ ਦੇ ਵਿੱਚ। ਸੋ ਟੀਮ ਨੂੰ ਵੀ ਸਲਾਮ ਹੈ ਜੀ ਜੋ ਦਿਨ ਰਾਤ ਮਿਹਨਤ ਕਰ ਰਹੀ ਹੈ ਸਾਡੀ YouTube ਚੈਨਲ ਨੂੰ ਐਸਟੈਬਲਿਸ਼ ਕਰਨ ਵਾਸਤੇ, ਸਾਡੀ ਮਿਊਜ਼ਿਕ ਕੰਪਨੀ ਨੂੰ ਐਸਟੈਬਲਿਸ਼ ਕਰਨ ਵਾਸਤੇ। ਜੌਲ ਸਾਹਿਬ ਤੁਹਾਡਾ ਉਹਨਾਂ ਨੇ ਬਹੁਤ ਕੰਪਲੀਮੈਂਟ ਕੀਤਾ ਕਿ ਜਿੰਨੀ ਨੌਲੇਜ ਸਾਨੂੰ ਜੌਲ ਸਾਹਿਬ ਤੋਂ ਮਿਲਦੀ ਇੱਥੇ ਬਹਿ ਕੇ ਉਹ ਸ਼ਾਇਦ ਕੋਈ ਮੀਡੀਆ ਵਾਲਾ ਦਿੰਦਾ ਹੋਵੇਗਾ। ਸੋ ਤੁਹਾਨੂੰ ਵੀ ਸਲੂਟ ਹੈ ਇਸ ਚੀਜ਼ ਦੇ ਵਿੱਚ ਜੌਲ ਸਾਹਿਬ ਜੀ। ਮਿਹਰਬਾਨੀ ਤੁਹਾਡੀ। ਵੈਸੇ ਨਾ ਸੁਖ ਤੇ ਸ਼ਿਵਮ ਇਹਨਾਂ ਨੂੰ ਅਸੀਂ ਖਰੜ 'ਚ ਬੈਠਿਆਂ ਨਹੀਂ ਕੈਨੇਡੀਅਨ ਬਣਾ ਸਕਦੇ ਹਾਂ ਜੀ। ਇੰਨੀ ਕਿ ਇਨਫੋਰਮੇਸ਼ਨ ਕੈਨੇਡਾ ਵਾਸਤੇ ਅਸੀਂ ਇਹਨਾਂ ਨੂੰ ਦੇ ਸਕਦੇ ਹਾਂ ਵੀ ਉੱਥੇ ਬੈਠੇ ਬੈਠੇ ਮਹਿਸੂਸ ਕਰਨਗੇ ਖਰੜ ਹੀ ਸ਼ਾਇਦ ਕੈਨੇਡਾ ਜੀ। ਸੋ ਲੇਕਿਨ ਕਿ ਬਹੁਤ ਬਹੁਤ ਧੰਨਵਾਦ ਜੀ ਇਸ ਟੀਮ ਦਾ। ਹਾਂਜੀ ਸੋ ਕਿਉਂਕਿ ਰੰਗਲਾ ਪੰਜਾਬ ਹੈ ਤੁਹਾਨੂੰ ਪਤਾ ਜੀ ਵੀ ਇਸ ਵੇਲੇ ਦੁਨੀਆ ਭਰ ਦੇ ਵਿੱਚ ਮੀਡੀਅਮ ਦੇ ਰਾਹੀਂ ਦੇਖਿਆ ਜਾ ਰਿਹਾ ਸੁਣਿਆ ਜਾ ਰਿਹਾ ਜੀ ਤੇ ਉਹਦੇ ਵਿੱਚ ਇਸ ਟੀਮ ਦਾ ਨਿਰਸੰਦੇਹ ਜੀ ਵੀ ਵੱਡਾ ਰੋਲ ਹੈ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਜੀ। ਥੈਂਕ ਯੂ ਸੋ ਮਚ। ਔਰ ਗੁਰਮੀਤ ਔਰ ਜਿੰਨੇ ਵੀ ਸਾਡੇ ਬੈਕ ਐਂਡ ਦੇ ਜਿੰਨੇ ਵੀ ਸਾਡੇ ਵਰਕਰਸ ਨੇ ਇੰਡੀਆ ਦੇ ਵਿੱਚ ਲੈਂਬਰ ਅਤੇ ਜਿੰਨੇ ਵੀ ਸਾਡੇ ਮਿਹਨਤੀ ਵਰਕਰਸ ਨੇ ਥੈਂਕ ਯੂ ਸੋ ਮਚ। ਤੁਸੀਂ ਰੰਗਲਾ ਪੰਜਾਬ ਨੂੰ ਸਪੋਰਟ ਅਤੇ ਪਿਆਰ ਕਰਦੇ ਹੋ ਜੀ। ਗੱਲਬਾਤ ਕਰਾਂਗੇ ਭੰਗ ਕਰੰਗ ਹੋ ਚੱਕ ਬ੍ਰੈਂਟਨ ਵਿੱਚ ਹੋ ਗਿਆ ਮਾਲੋ ਮਾਲ। ਦੇਖੋ ਜੀ ਵੀ 1.5 ਦਰਜਨ ਦੇ ਕਰੀਬ ਜਿਹੜੇ ਆ ਇਹ ਸਟੋਰ ਅਪਰੂਵ ਹੋ ਚੁੱਕੇ ਆ। ਬੋਲੇ ਖੁੱਲ੍ਹਣ ਤੋਂ ਕੋਈ ਰੋਕ ਹੀ ਨਹੀਂ ਨਾ ਸਕਦਾ। 18 ਹੁਣ ਤਾਂ ਲਹਿਰ ਆ ਗਈ ਜੀ। ਅੱਛਾ ਤੇ 22 ਜਾਨੀ ਕਿ ਹਜੇ ਹੋਰ ਪੈਂਡਿੰਗ ਆ ਐਪਲੀਕੇਸ਼ਨ ਜਾਨੀ ਜਿੰਨੇ ਅਪਰੂਵ ਹੋ ਚੁੱਕੇ ਆ ਉਸ ਤੋਂ ਵੱਧ ਹਜੇ ਪੈਂਡਿੰਗ ਪਏ ਆ। I always say ਜੌਲ ਸਾਹਿਬ ਕਿ ਜਿਹਨੇ ਵੀ ਨਾਂ ਰੱਖਿਆ ਨਾ ਬਰੈਂਪਟਨ ਦਾ ਫਲਾਵਰ ਸਿਟੀ ਉਹਨੇ ਪਹਿਲੋਂ ਆਈ ਥਿੰਕ ਉਹ ਕੋਈ ਫਿਊਚਰ ਤੋਂ ਬੰਦਾ ਹੋਣਾ ਕਿ ਹਾਂ ਵੀ ਅਸੀਂ ਨੂੰ ਫਲਾਵਰ ਸਿਟੀ ਰੱਖਣਾ ਨਾਮ। ਯੈਸ ਤੇ ਉਹ ਤੇ ਹੁਣ ਲੱਗਦਾ ਵੀ ਸਿਟੀ ਕਾਉਂਸਲ ਜਿਹੜੀ ਆ ਉਹਨਾਂ ਕੋਲ ਚੜਾ ਰਹੀ ਆ ਐਂਡ ਆਈ ਥਿੰਕ ਉਹ ਫਲਾਵਰ ਦਾ ਰੰਗ ਵੀ ਗ੍ਰੀਨ ਹੋ ਚੁੱਕਾ। ਸੋ ਇਹ 22 ਜਿਹੜੀਆਂ ਐਪਲੀਕੇਸ਼ਨਸ ਹੋਰ ਪਈਆਂ ਤੇ ਹਜੇ ਕੋਈ ਸੀਮਾ ਨਜ਼ਰ ਨਹੀਂ ਆ ਰਹੀ ਵੀ ਇਹ 40 ਤੋਂ ਵਧਣਗੀਆਂ ਨਹੀਂ। ਬੱਲੇ ਬੱਲੇ। ਕੱਲ ਬਰੈਂਪਟਨ ਆਪਣੇ ਮੇਅਰ ਪੈਟਰਿਕ ਬਰਾਊਨ ਨਾਲ ਮੇਰਾ ਕੰਟੈਕਟ ਹੋਇਆ ਸੀ। ਮੈਂ ਕਹਿੰਦੀ ਕੁਝ ਕਰ ਰਹੇ ਹੋ? ਉਹ ਕਹਿੰਦੇ ਜੀ ਫਿਰ ਉਹ ਪਿਛਲੇ ਮੋਸ਼ਨ ਲੈ ਕੇ ਬਹਿ ਜਾਂਦੇ ਆ ਜਦੋਂ ਪੁੱਛੀਏ ਹੁਣ ਨਾ ਅੱਜ ਕੱਲ। ਪਹਿਲਾਂ ਉਹ ਇਹਨਾਂ ਨੂੰ ਮੋਟੀਵੇਟ ਕਰਕੇ ਚਲੋ ਮੋਸ਼ਨ ਆਇਆ ਜੀ ਕਿਉਂਕਿ ਆਪਾਂ ਹੀ ਸੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਨਿਊਜ਼ ਬ੍ਰੇਕ ਕੀਤੀ ਸੀ ਵੀ ਆਹ ਗਿਣਤੀ ਅਨਲਿਮਿਟਡ ਹੁੰਦੀ ਜਾ ਰਹੀ ਆ। ਕੁਛ ਹਫ਼ਤੇ ਪਹਿਲਾਂ ਅਜੇ 2 ਦਰਜਨ ਸੀਗੀ ਇਹ ਗਿਣਤੀ ਹੈ ਨਾ ਕੁੱਲ ਮਿਲਾ ਕੇ। ਜਦੋਂ ਇਹਨਾਂ ਨੂੰ ਅਵੇਅਰ ਕੀਤਾ ਜਦੋਂ ਇਹ ਫਿਰ ਮੋਸ਼ਨ ਲਿਆਉਣ ਲਈ ਇੱਕਦਮ ਫੁਰਤੀ 'ਚ ਆਏ ਵੀ ਇਹ ਤੇ ਅਨਲਿਮਿਟਡ ਹੁੰਦਾ ਜਾ ਰਿਹਾ ਕੰਮ। ਅੱਛਾ ਉਹ ਮੋਸ਼ਨ ਤੇ ਇੱਕ ਵੋਟ ਨਾਲ ਹਾਰ ਗਏ ਤੇ ਹੁਣ ਫਿਰ ਮੈਂ ਕਹਿੰਦਾ ਹੁੰਦਾ ਵੀ ਉਹ ਪਿਛਲੀ ਗੱਲ ਠੀਕ ਆ ਹੁਣ ਅੱਗੋਂ ਕੀ ਕਰੀਏ। ਕਹਿੰਦੇ ਜੀ ਵੀ ਅਸੀਂ 5-6 ਮਹੀਨਿਆਂ 'ਚ ਕੱਲ ਆਏ ਮੇਅਰ ਪੈਟਰਿਕ ਬਰਾਊਨ ਦਾ ਕਹਿਣਾ ਵੀ ਅਸੀਂ ਹੋਰ ਇੱਕ ਮੋਸ਼ਨ ਲੈ ਕੇ ਆਵਾਂਗੇ। ਹੁਣ 5-6 ਮਹੀਨਿਆਂ 'ਚ ਜੇ ਗਿਣਤੀ 50 ਤੇ ਪਹੁੰਚ ਗਈ ਹੈ ਨਾ ਸੋ ਇਸ ਕਰਕੇ ਇਹ ਭੰਗ ਦਾ ਕੋਈ ਵੱਡਾ ਅੱਡਾ ਬਰੈਂਪਟਨ ਬਣਦਾ ਨਜ਼ਰ ਆ ਰਿਹਾ ਕੈਨੇਡਾ ਦੇ ਵਿੱਚ ਜੀ। ਆਪਾਂ ਕੁਆਲਿਟੀ ਜੌਬ ਦੀ ਕੁਆਲਿਟੀ ਬਿਜ਼ਨਸ ਦੀ ਗੱਲ ਕਰਦੇ ਹਾਂ ਵੀ ਜਾਣੀ ਨੈਕਸਟ ਜਨਰੇਸ਼ਨਸ ਵਾਸਤੇ ਅਸੀਂ ਇਹ ਬਰੈਂਪਟਨ ਨੂੰ ਭੰਗ ਦਾ ਅੱਡਾ ਬਣਾ ਕੇ ਛੱਡ ਕੇ ਜਾਵਾਂਗੇ। ਇਹ ਸੋਚਣ ਵਾਲੀ ਗੱਲ ਹੈ। ਜਿਹੜੇ ਪੈਟ ਫੋਰਟੀਨੀ ਹੈ ਨਾ ਕਾਉਂਸਲਰ ਵਾਰਡ 7 ਤੇ 8 ਦੇ ਉਹਨਾਂ ਦੇ ਨਾਲ ਵੀ ਮੇਰਾ ਕੰਟੈਕਟ ਹੋਇਆ ਸੀ। ਉਹ ਕਹਿੰਦੇ ਜੀ ਵੀ ਇਹ ਤੇ ਕੈਨੇਡੀਅਨ ਗਵਰਨਮੈਂਟ ਨੇ ਬਹੁਤ ਗਲਤੀ ਕਰਤੀ ਇਹਨੂੰ ਭੰਗ ਨੂੰ ਲੀਗਲਾਈਜ਼ ਕਰਤਾ ਜੀ ਤੇ ਵੀ ਮਤਲਬ ਤੁਸੀਂ ਜਾਣੀ ਅਨਲਿਮਿਟਡ ਸਟੋਰ ਖੋਲ ਕੇ ਇੱਥੇ ਕੋਈ ਗਲਤੀ ਨਹੀਂ ਕਰ ਰਹੇ ਹਨਾ ਵੀ ਜੇ ਹੁਣ ਮੈਂ ਤੇ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਜੇ ਅਸੀਂ 9 ਜਿਹੜੇ ਸ਼ਰਾਬ ਦੇ ਸਟੋਰਾਂ ਨਾਲ ਬਰੈਂਪਟਨ ਵੈਲ ਸਰਵਡ ਆ ਤੇ 9 ਚਲੋ ਭੰਗ ਦੇ ਤੁਸੀਂ ਵੱਧ ਤੋਂ ਵੱਧ ਖੋਲ ਲਓ ਹਨਾ ਬਿਲਕੁਲ ਤੇ ਜੇ ਡਿਮਾਂਡ ਹੈਗੀ ਵੀ ਆ ਤੇ 9 ਸਟੋਰਾਂ ਦੇ ਨਾਲ ਜੇ ਸ਼ਰਾਬ ਮਤਲਬ ਠੀਕ ਬਰੈਂਪਟਨ ਦੇ ਲੋਕ ਸਰਵ ਹੋ ਰਹੇ ਆ ਤੇ 9 ਸਟੋਰ ਭੰਗ ਦੇ ਵੀ ਤੇ ਸਰਵ ਕਰ ਹੀ ਸਕਦੇ ਸੀ। ਉਹਦੇ ਵਾਸਤੇ ਜਾਣੀ ਕਿ ਸਾਨੂੰ 4-5-6 ਗੁਣਾ ਸਟੋਰ ਕਿਉਂ ਚਾਹੀਦੇ ਆ। ਉਹ ਫਿਰ ਹੈਗੇ ਆਪਣੇ ਪੌਲ ਵਿਨਸੈਂਟ ਵਾਰਡ 1 ਤੇ 5 ਦੇ ਕਾਉਂਸਲਰ ਉਹਨਾਂ ਨਾਲ ਵੀ ਮੇਰਾ ਕੱਲ ਹੋਇਆ ਸੀ ਕੰਟੈਕਟ ਜੀ। ਉਹਨਾਂ ਨੇ ਤੇ ਫਿਰ ਮੁੱਖ ਦੀ ਗੱਲ ਇਹ ਕੀਤੀ ਜੀ ਵੀ ਹੌਲੀ ਹੌਲੀ ਜਦੋਂ ਭੰਗ ਦੀ ਇੱਥੇ ਡਿਮਾਂਡ ਨਾ ਰਹੀ ਤੇ ਇਹ ਸਟੋਰ ਆਪੇ ਹੀ ਬੰਦ ਹੋਣੇ ਸ਼ੁਰੂ ਹੋ ਜਾਣੇ ਆ
ਹਾਂਜੀ ਇੰਟਰਸਟਿੰਗ। ਇੱਕ ਦੂਸਰੇ ਦੇ ਪਾਲੇ ਦੇ ਵਿੱਚ ਹਜੇ ਜਿਹੜੀ ਇਹ ਗੇਮ ਸਿੱਟੀ ਜਾ ਰਹੀ ਆ, ਜਾਣੀ ਕਿ ਵੀ ਜਿਹੜੇ ਇਹ ਕਾਉਂਸਲਰ ਇਹਦੀ ਸਪੋਰਟ ਕਰਦੇ ਆ ਜੀ ਜੀ। ਤੇ ਫਿਰ ਪੈਟ ਫੋਰਟੀਨੀ ਸਾਹਿਬ ਕਹਿੰਦੇ ਵੀ ਇਹ ਜਿਹੜੇ ਬਰੈਂਪਟਨ ਦੇ ਲੋਕ ਆ ਨਾ, ਇਹਨਾਂ ਨੂੰ ਇਹ ਭੰਗ ਦੀਆਂ ਦੁਕਾਨਾਂ ਘਟਾਉਣ ਲਈ MPPs ਨੂੰ ਪਹੁੰਚ ਕਰਨੀ ਚਾਹੀਦੀ ਆ। MPPs ਨੂੰ ਮੈਂ ਕਿਹਾ ਜੀ ਵੀ ਸਿਟੀ ਕਾਉਂਸਲਰ ਤਾਂ ਤੁਸੀਂ ਆ ਜਿਹੜੇ ਕਹਿੰਦੇ ਵੀ ਸ਼ਹਿਰ 'ਚ ਅਸੀਂ ਭੰਗ ਦੇ ਸਟੋਰਾਂ ਦੀ ਗਿਣਤੀ ਲਿਮਿਟ ਨਹੀਂ ਕਰਨੀ। ਹਾਂ, MPP ਕੀ ਕਰੂ ਇਹ 'ਚ? ਉਹ ਕੀ ਬੇਸਿਸ ਆ? MPP ਕਹਿੰਦਾ ਕਿ ਤੁਸੀਂ ਸਿਟੀ ਕਾਉਂਸਲਰ ਨਾਲ ਗੱਲ ਕਰੋ ਜੀ। ਸੋ ਫਿਰ ਉਹ ਚੁੱਪ ਕਰ ਗਏ ਪੈਟ ਫੋਰਟੀਨੀ। ਸੋ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੇਅਰ ਦੁਬਾਰਾ ਮੋਸ਼ਨ ਲੈ ਕੇ ਆਉਂਦੇ ਆ, ਜਿੰਨੀਆਂ ਕੁ ਹੁਣ ਹੌਲੀ ਹੌਲੀ ਪੰਜਾਬੀ ਦੇ ਵਿੱਚ ਕਹਿ ਲਓ ਵੀ ਲਾਹਨਤਾਂ ਪੈਣ ਲੱਗ ਪਈਆਂ ਕਾਉਂਸਲਰ ਨੂੰ, ਸ਼ਾਇਦ ਇਹ ਮੂਵ ਹੋ ਜਾਣ ਵੀ ਆਪਣੇ ਚ ਤੋਂ ਕੋਈ ਫਾਰਮੈਲਿਟੀ ਕਰ ਦੇਣ ਜੀ, ਪ੍ਰੋਵਿੰਸ ਲਿਮਿਟ ਕਰੇ ਨਾ ਕਰੇ, ਇਹ ਤੇ ਆਪਣੇ ਵੱਲੋਂ ਆਪਣਾ ਪੱਲਾ ਝਾੜ ਦੇਣਾ। ਆਪ ਦੇਖੋ ਜੀ, ਅਸੀਂ ਮੋਸ਼ਨ ਪਾਸ ਕਰਕੇ ਭੇਜਿਆ ਸੀ ਪਰ ਉਹਨਾਂ ਨੇ ਨੰਬਰ ਨਹੀਂ ਲਿਮਿਟ ਕੀਤੇ ਜੀ। ਪਹਿਲੀ ਗੱਲ ਤੇ ਜਦੋਂ ਇਹਨਾਂ ਨੇ ਆਪਟ ਇਨ ਨਹੀਂ ਕੀਤਾ ਸੀਗਾ ਅਰਸ਼, ਉਦੋਂ ਹੀ ਇਹ ਹੋਣਾ ਚਾਹੀਦਾ ਸੀ ਵੀ ਸਾਡੇ ਸ਼ਹਿਰ ਚ 9 ਸਟੋਰ ਖੁੱਲ ਸਕਦੇ ਜੀ, ਖੁੱਲ ਸਕਦੇ। ਜੇ ਤੁਸੀਂ ਸਾਨੂੰ ਇਹ ਕੈਪ ਕਰਨ ਦੀ ਅਪਰਚੂਨਿਟੀ ਨਹੀਂ ਦਿੰਦੇ ਤੇ ਫਿਰ ਆਪਟ ਆਊਟ ਕਰ ਜਾਂਦੇ। ਯੈਸ, ਇੱਕ ਲਿਮਿਟ ਰੱਖ ਲੈਂਦੇ। ਬਿਲਕੁਲ ਤੁਸੀਂ ਸਹੀ ਬੋਲਿਆ, ਬਿਲਕੁਲ। ਸੋ ਉਸ ਵੇਲੇ ਚੀਜ਼ਾਂ ਨਹੀਂ ਸੋਚੀਆਂ ਗਈਆਂ। ਗਲਤੀ ਤਾਂ ਹੈਗੀ ਆ ਇਹ, ਪਰ ਹੁਣ ਤੁਹਾਨੂੰ ਪਤਾ ਵੀ ਇਹ ਪੋਲੀਟੀਸ਼ੀਅਨ ਪੈਰਾਂ ਤੇ ਪਾਣੀ ਕਿੱਥੇ ਪੈਣ ਦਿੰਦੇ। ਓਹ ਸਰ, ਨੈਵਰ। ਸੋ ਲੇਕਿਨ ਕਿ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਭੰਗ ਦਾ ਕਿੱਡਾ ਕੁ ਵੱਡਾ ਅੱਡਾ ਬਣਦਾ। ਬਟ ਨਿਰਸੰਦੇਹ ਜੇ ਸਿਟੀ ਦੇ ਲੋਕ ਹੁਣ ਫਿਰ ਵਾਰਡ 9 ਤੇ 10 ਤੋਂ ਤਾਂ ਗੁੱਪੀ ਢਿੱਲੋਂ ਤੇ ਹਰਕੀਰਤ ਕਹਿ ਦਿੰਦੇ ਹੁੰਦੇ ਵੀ ਹੁਣ ਤਾਂ ਵਾਰਡ ਦੇ ਵਾਸੀ ਅਜੇ ਰੋਕ ਸਕਦੇ ਆ, ਹਨਾ? ਹਾਂ, ਵਾਸੀ ਆ, ਬਟ ਵਾਸੀ ਬੋਲਣਗੇ ਨਹੀਂ। ਕੋਈ ਲਾਇਸੈਂਸ ਅਪਲਾਈ ਹੁੰਦਾ, ਉਹ ਵੱਡੀ ਤਾਦਾਦ ਦੇ ਵਿੱਚ ਉੱਥੇ ਵਿਰੋਧ ਕਰ ਦੇਣ, ਆਨਲਾਈਨ ਜਾ ਕੇ ਆਪਣੀਆਂ ਆਪੋਜੀਸ਼ਨ ਫਾਈਲ ਕਰ ਦੇਣ, ਉੱਥੇ ਫਿਰ ਉਹ ਜਿਹੜੀ ਪ੍ਰੋਵਿੰਸ ਆ ਉਹ ਨਹੀਂ ਖੋਲੂਗੀ। ਪਰ ਗਾਰੰਟੀ ਇਸ ਗੱਲ ਦੀ ਵੀ ਨਹੀਂ ਕਿ ਜੇ ਸਿਟੀ ਦੇ ਵਾਰਡ ਦੇ ਰੈਜ਼ੀਡੈਂਟ ਨਾ ਚਾਹੁਣ ਵੀ ਉਹ ਨਹੀਂ ਖੋਲੂਗੇ, ਪਰ ਇਹਦਾ ਅਸਰ ਪੈਂਦਾ ਜੀ। ਚੌਲ ਸਾਹਿਬ, ਕਾਲਸ ਕਾਫੀ ਆ ਰਹੀ ਨੇ, ਆਪਾਂ ਇੱਕ ਲੋ ਲੈ ਲਈਏ ਫਟਾਫਟ ਕਾਲਸ। ਜੀ ਲੈਂਦੇ ਆ। ਪਹਿਲੀ ਕਾਲ ਆਉਂਦੀ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੋਲ ਸਾਹਿਬ ਨੂੰ ਥੋੜਾ ਐਡਵਾਈਸ ਲੈਣਾ ਚਾਹੁੰਦਾ। ਮੇਰਾ ਨਾ ਹੈਲਥ ਕਾਰਡ ਐਕਸਪਾਇਰ ਹੋ ਗਿਆ, ਮਹੀਨਾ ਹੋ ਗਿਆ, ਤੇ ਹੁਣ ਘਰਾਂ ਚ ਇੱਥੇ ਰਹਿੰਦੇ ਕਰਕੇ ਬਾਹਰ ਤਾਂ ਜਾ ਨਹੀਂ ਸਕਦੇ। ਮਤਲਬ ਕਿਸੇ ਦਾ ਕੁਛ ਪੋਸੀਬਿਲਿਟੀ ਹੈ ਵੀ ਕਰ ਨਿਊ ਵਾਸਤੇ ਜਾ ਸਕਦੇ ਜੀ? ਇਹਦੇ ਬਾਰੇ ਕੋਈ ਨਹੀਂ, ਅਸੀਂ ਤਾਂ ਵੈਸੇ ਕਈ ਮਹੀਨਿਆਂ ਤੋਂ, ਹੁਣ ਮੇਰੇ ਕੋਲ ਸਾਲ ਹੀ ਹੋ ਗਿਆ ਹੁਣ, ਦੱਸਦੇ ਆ ਰਹੇ ਵੀ ਤੁਸੀਂ ਇਹ ਹੈਲਥ ਕਾਰਡ ਐਕਸਪਾਇਰ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਇਹ ਛੋਟੀ ਗੱਲ ਆ ਜੀ। ਇਹ ਤਾਂ ਜਿਹਨਾਂ ਦੇ ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋ ਗਏ ਉਹਨਾਂ ਨੂੰ ਕੋਈ ਕੁਛ ਨਹੀਂ ਕਹਿੰਦਾ। ਸੋ ਹਾਲ ਦੀ ਘੜੀ ਕੁਛ ਵੀ ਤੁਹਾਡਾ ਐਕਸਪਾਇਰ ਹੋ ਰਿਹਾ ਨਾ, ਤੇ ਉਹ ਵੈਲਿਡ ਹੀ ਮੰਨਿਆ ਜਾਣਾ, ਐਕਸੈਪਟ ਪਾਸਪੋਰਟ। ਪਰ ਪਾਸਪੋਰਟ ਦੀ ਤੁਹਾਨੂੰ ਲੋੜ ਨਹੀਂ, ਕਿਉਂਕਿ ਤੁਸੀਂ ਨਿਕਲ ਤਾਂ ਘਰੋਂ ਨਹੀਂ ਸਕਦੇ, ਤੁਸੀਂ ਦੇਸ਼ੋਂ ਬਾਹਰ ਕਿੱਥੇ ਜਾਣਾ। ਜੀ। ਬਾਕੀ ਦਾ ਕੋਈ ਵੀ ਤੁਹਾਡਾ ਕੈਨੇਡੀਅਨ ontario ਦਾ ਡਾਕੂਮੈਂਟ ਐਕਸਪਾਇਰ ਹੋ ਰਿਹਾ, ਕੰਸੀਡਰਡ ਵੈਲਿਡ। ਇਸ ਕਰਕੇ ਡੋਂਟ ਵਰੀ, ਜਦੋਂ ਇਹ ਸਰਵਿਸ ਕੈਨੇਡਾ ਸਰਵਿਸ ontario ਨਾਰਮਲ ਸਰਵਿਸ ਹੋ ਜਾਏਗੀ, ਉਹ ਸਭ ਕੁਝ ਰੀਨਿਊ ਹੋ ਜਾਏਗਾ। ਪਰ ਹਾਲ ਦੀ ਘੜੀ ਤੁਹਾਡਾ ਐਕਸਪਾਇਰਡ ਜਿਹੜਾ ਕਾਰਡ ਵਗੈਰਾ ਹੋਏਗਾ ਜੀ। ਠੀਕ ਹੈ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ। ਨੈਕਸਟ ਕਾਲ ਆਉਂਦੀ ਹੈ 905 813 1320। ਹੈਲੋ। ਹਾਂਜੀ, ਦੇਖੋ ਜੋਹਰ ਸਾਹਿਬ, ਗੱਲ ਤਾਂ ਹੈਗਾ ਦੁਨੀਆ ਦੇ ਵਿੱਚ, ਗੱਲ ਤਾਂ ਅਕਲ ਦੀ ਹੈ ਨਾ। ਹੁਣ ਵਾਈਟ ਹਾਊਸ ਦੇ ਆਲੇ ਦੁਆਲੇ ਗੇੜਾ ਕੱਢਣਾ ਹੋਵੇ 5 ਮਿੰਟ ਲੱਗਦੇ, ਮੈਨੂੰ ਲੱਗਦਾ 7। ਉਹ ਚ ਅਕਲ ਜਿਹੜੀ ਬੈਠੀ ਆ, ਗੱਲ ਤਾਂ ਅਕਲ ਦੀ ਆ। ਹੁਣ ਇਹੀ ਜੇ ਕਿਤੇ ਮਾਰ ਕੋਂ ਖੋਲ ਦੋ, ਪੀਣਾ ਹੀ ਨਹੀਂ ਚੀਨੇ ਚੂਨੇ ਕਿਸੇ ਨੇ। ਤੁਹਾਡੀ ਗਰੋਥ ਕਿੱਦਾਂ ਦੀ ਆ, ਇੱਥੇ ਤਾਂ ਲਾਈਨਾਂ ਲੱਗ ਜਾਣੀਆਂ, ਤੁਸੀਂ ਦੇਖ ਲਿਓ। ਹਾਂ, ਇਹ ਤਾਂ ਇਮੀਗ੍ਰੇਸ਼ਨ ਹੀ ਬਸ ਉਹ ਭੰਗ ਜਿੱਦਾਂ ਕਹਿੰਦੇ ਹੁੰਦੇ ਆ, ਉਹ ਮਟੀਰੀਅਲ ਨੇ ਹਟਣਾ ਥੋੜੀ ਹੈ ਇੱਥੇ। ਤਾਂ ਗੱਲ ਤਾਂ ਅਕਲ ਦੀ ਹੈ ਜੀ। ਅਕਲ ਦੇ ਵਿੱਚ ਤੁਸੀਂ ਕਿੱਡਾ, ਤੁਹਾਡਾ ਕਿੰਨਾ ਕੁ ਜਨਾਜਾ ਤੁਸੀਂ ਆਪਦਾ ਕੱਢਣਾ, ਉਹ ਤਾਂ ਕਮਿਊਨਿਟੀ ਦੇ ਹੱਥ ਨੂੰ ਤੁਹਾਡੀ ਬਚਪਨ ਦੀ ਗਰੋਥ ਤੇ ਹੁੰਦਾ ਵਾ। ਹਾਂ ਜੀ, ਚਾਹੇ ਕਿੰਨੀ ਕੁ ਦੂਰ ਆ ਮਾਰਕਮ ਜਾ ਕੇ, ਸਾਰਾ ਕੁਛ ਹੀ ਏਦਾਂ ਰਿਸਪੈਕਟਫੁੱਲ, ਸਭ ਕੁਛ ਏਦਾਂ, ਕੋਈ ਪ੍ਰੋਬਲਮ ਨਹੀਂ ਹੈ। ਉਹ ਵੀ ਲੋਕ ਤਾਂ ਆਲੇ ਦੁਆਲੇ ਰਹਿ ਹੀ ਰਹੇ ਆ। ਹੋਰ ਕਿੰਨੀਆਂ ਸੁਸਾਇਟੀਆਂ ਦੇ ਆ ਰਹੇ ਆ ਬੰਦੇ, ਹੋਰ ਇੱਧਰੋਂ ਉੱਧਰੋਂ, ਉਹ ਜੇ ਦੇਖ ਰਹੇ ਆ। ਤੇ ਇਹਨਾਂ ਨੂੰ ਕੀ ਹੋ ਗਿਆ, ਕੱਪੜੇ ਲਾ ਕੇ ਸੱਟ ਕੇ ਤੇ ਸਾਰਾ ਕੁਛ ਏਦਾਂ ਉਹਦਾ, ਬਸ ਕੋਈ ਧਰਮ ਨਹੀਂ ਜੀ, ਕੁਛ ਨਹੀਂ ਜੀ, ਬਸ ਬੀੜੀ ਬੱਤੀ ਵੱਲ ਨੂੰ ਹੋਏ ਆ ਸਾਰੇ। ਗੱਲ ਤਾਂ ਸਾਰੀ ਅਕਲ ਦੀ ਆ ਸਰ। ਬਾਕੀ ਤੁਸੀਂ ਪਤਾ ਹੀ ਹੈ, ਮੈਨੂੰ ਵੀ 30 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਤੁਹਾਨੂੰ ਹੁਣ ਕੀ ਦੱਸੀਏ ਵੀ ਬਸ ਹੈ ਨਹੀਂ ਇਹਨਾਂ ਦੇ ਹੱਥ ਕੁਛ। ਬਸ ਇਹਨਾਂ ਨੇ ਹੀ ਇੱਧਰ ਉੱਧਰ ਕਰਕੇ 100 ਸਾਲ ਹੋ ਗਏ ਇਹਨਾਂ ਨੇ ਕੁਛ ਏਦਾਂ ਕੀ ਆ, 15-20 ਉੱਥੇ ਬੰਦੇ ਬਾੜੇ ਹੋਏ ਆ, ਆਟੋਬਾਜੂਆ ਦਾ ਚਾਹ ਪਾਣੀ ਗੁਲਾਬ ਜਾਮਣਾ ਕਰਕੇ ਉਹ ਘਰਾਂ ਨੂੰ ਚਲੇ ਜਾਂਦੇ ਆ। ਇਹਦੇ ਹੱਥ ਕੁਛ ਨਹੀਂ ਹੈਗਾ ਸਰ, ਇਹ ਅਕਲ ਦਾ ਰੌਲਾ ਪਿਆ ਹੋਇਆ। ਅਕਲ ਤੁਹਾਨੂੰ ਪਤਾ ਹੀ ਆ ਜੀ, ਕਾਮਨ ਸੈਂਸ ਕਿੰਨੀ ਹੈ ਇਹਨਾਂ ਨੂੰ। ਥੈਂਕ ਯੂ ਸੋ ਮਚ। ਨਹੀਂ ਠੀਕ ਹੈ, ਇਹਨਾਂ ਦਾ ਕੰਸਰਨ ਵੈਲਿਡ। ਦੂਸਰੇ ਪਾਸੇ ਹੈ ਜੀ ਵੀ ਸਾਰੇ ਆਸ-ਪਾਸ ਦੇ ਸ਼ਹਿਰਾਂ ਨੇ ਆਪਟ ਆਊਟ ਕੀਤਾ, ਉਹਨਾਂ ਦੀ ਤੇ ਅਕਲ ਕੰਮ ਕੀਤੀ ਹੈ। ਹਾਂਜੀ, ਮੈਂ ਉੱਥੇ ਗੱਲ ਆਉਣ ਲੱਗਾ ਸੀ ਜੋਲ ਸਾਹਿਬ। ਅੱਛਾ, ਹੁਣ ਜੇ ਸਾਡੀ ਅਕਲ ਇੰਨੀ ਕੰਮ ਕੀਤੀ ਵੀ ਅਸੀਂ ਆਪਟ ਇਨ ਕਰਨਾ, ਤੇ ਅਕਲ ਦਾ ਖੁੱਲ੍ਹਾ ਇੰਨਾ ਨਹੀਂ ਸੀ ਖੁੱਲ੍ਹਾ ਵੀ ਚਲੋ ਅਸੀਂ 8-9 ਜਿੰਨੇ ਕੁ ਸ਼ਰਾਬ ਦੇ ਸਟੋਰ ਆ ਉਨੇ ਕੁ ਲਿਮਿਟ ਕਰ ਲਈਏ ਤੇ ਬਾਕੀ ਰਹਿਣ ਦਈਏ। ਏਦਾਂ ਵੀ ਨਾ ਕੀਤਾ ਉਸ ਵੇਲੇ। ਹੁਣ ਟੂ ਲੇਟ ਜਦੋਂ ਹੋ ਗਿਆ ਪਈ ਫੇ, ਹਨਾ, ਤੇ ਹੁਣ ਦੇਖੋ ਵੀ ਕਿੱਦਾਂ ਇਹ ਕਾਸ਼ਮਕਾਸ਼। ਸੋ ਕਹਿਣ ਦਾ ਮਤਲਬ ਇਹ ਆ,
ਅਸੀਂ ਕੁਆਲਿਟੀ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਕੁਆਲਿਟੀ ਬਿਜ਼ਨਸ ਦੀ ਗੱਲ ਕਰਦੇ ਹਾਂ, ਕੁਆਲਿਟੀ ਆਫ ਲਾਈਫ ਦੀ ਗੱਲ ਕਰਦੇ ਹਾਂ, ਕੁਆਲਿਟੀ ਜੌਬਸ ਦੀ ਗੱਲ ਕਰਦੇ ਹਾਂ। ਤੇ ਕੋਈ ਹੈ ਹੋਰ ਬਿਜ਼ਨਸ ਬਰੈਂਪਟਨ ਦੇ ਵਿੱਚ ਜਿਹਦੀਆਂ 40 ਲੋਕੇਸ਼ਨਾਂ ਹੋਣ? ਕੋਈ ਹੈਗਾ ਹੋਰ? ਇੱਕ ਦੱਸੋ ਮੈਨੂੰ ਵੀ ਆਹ ਬਿਜ਼ਨਸ ਆ ਜੀ ਜਿਹਦੀਆਂ 40 ਦੀ ਬਜਾਏ 41 50 ਇੱਥੇ ਲੋਕੇਸ਼ਨ ਆ ਵੀ ਕੁਆਲਿਟੀ ਬਿਜ਼ਨਸ ਕੁਆਲਿਟੀ ਲਾਈਫ ਹਰਟ ਨਹੀਂ ਹੋ ਰਹੀ ਜੀ। ਹੁਣ ਜੇ ਸ਼ਹਿਰ ਦੇ ਵਿੱਚ 40 ਭੰਗ ਦੀਆਂ ਦੁਕਾਨਾਂ ਹੋਣਗੀਆਂ, ਆਸ-ਪਾਸ ਦੇ ਸਾਰੇ ਯਾਨੀ ਕਿ ਜਿਹੜੇ ਲੋਕ ਹੋਣਗੇ, ਅਵੇਲੇਬਿਲਿਟੀ ਬਰੈਂਪਟਨ ਵਿੱਚ ਆ ਹੋਰ ਕਿਤੇ ਨਹੀਂ, ਤੇ ਫਿਰ ਲਾਈਨਾਂ ਇਹਨਾਂ ਦੀ ਗੱਲ ਠੀਕ ਹੈ ਲੱਗਣੀਆਂ ਹੀ ਆ। ਡਿਮਾਂਡ ਕਿੱਦਾਂ ਘਟ ਜਾਊਗੀ? ਕਿਉਂਕਿ ਹੋਰ ਕਿਸੇ ਸ਼ਹਿਰ 'ਚ ਤਾਂ ਵਿਕਦੀ ਨਹੀਂ ਹੈ। ਬਿਲਕੁਲ ਸਾਫ਼ ਆ ਵੀ ਅੱਜ ਦੀ ਜਿਹੜੀ ਸਿਟੀ ਕੌਂਸਲ ਆ ਇਹ ਬਰੈਂਪਟਨ ਨੂੰ ਭੰਗ ਦਾ ਅੱਡਾ ਬਣਾ ਕੇ ਅਗਲੀਆਂ ਜਨਰੇਸ਼ਨਸ ਨੂੰ ਦੇ ਕੇ ਜਾਊਗੀ। ਹੁਣ ਪਤਾ ਨਹੀਂ ਕਿੰਨੀ ਕੁ ਦੇਰ ਹੋਰ ਇਲੈਕਟ ਹੁੰਦੇ ਰਹਿਣਗੇ ਜੀ, ਪਰ ਇਹਨਾਂ ਨੇ ਬਰੈਂਪਟਨ ਨੂੰ ਭੰਗ ਦਾ ਅੱਡਾ ਬਣਾਉਣ ਵਾਲੀ ਇਹ ਸਿਟੀ ਕੌਂਸਲ ਹਿਸਟਰੀ ਦੇ ਵਿੱਚ ਦਰਜ ਹੋਊਗੀ ਬਰੈਂਪਟਨ। ਜੌਲ ਸਾਹਿਬ, ਹੁਣ ਆਪਾਂ ਗੱਲਬਾਤ ਕਰੀਏ ਜਿਨ੍ਹਾਂ ਨੇ ਵੀ, ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਐਸਟ੍ਰਾਜ਼ੈਨੇਕਾ ਜਿਹੜੀ ਵੈਕਸੀਨ ਹੈ ਉਹ ਵੱਡੀ ਤਾਦਾਦ ਦੇ ਵਿੱਚ ਕਈਆਂ ਸਾਡੇ ਬਜ਼ੁਰਗਾਂ ਨੇ, ਸਾਡੇ ਪੇਰੈਂਟਸ ਨੇ, ਸਾਡੇ ਸਮ ਟੀਨੇਜਰਸ ਨੇ ਜਿਨ੍ਹਾਂ ਦੇ ਲੱਗੀ ਐਸਟ੍ਰਾਜ਼ੈਨੇਕਾ, ਉਹਨਾਂ ਨੇ ਵੀ ਲਗਵਾਈਆਂ। ਤੇ ਹੁਣ ਇਹ ਕਹਿ ਰਹੇ ਨੇ ਕਿ ਐਸਟ੍ਰਾਜ਼ੈਨੇਕਾ ਵਿਲ ਬੀ ਬੰਦ ਡਿਊ ਟੂ not liking it or the blood clots ਦੀ ਗੱਲ ਕਰ ਲਓ। ਸੋ NACI ਨੇ ਰეკਮੈਂਡ ਕੀਤਾ ਹੈ ਕਿ ਸੇਮ ਸ਼ਾਟ ਲੱਗਿਆ ਜਾਵੇ, ਬਟ ਡਿਊ ਟੂ ਐਸਟ੍ਰਾਜ਼ੈਨੇਕਾ ਜਿਨ੍ਹਾਂ ਨੇ ਲਵਾਇਆ ਉਹ ਕਹਿੰਦੇ ਕਿ ਤੁਸੀਂ ਦੂਸਰੇ ਵੈਕਸੀਨਸ ਵੀ ਲਗਵਾ ਸਕਦੇ ਹੋ, ਭਾਵ ਮੋਡਰਨਾ, ਫਾਈਜ਼ਰ। ਇਹ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਆ, ਜਿਹਨੂੰ ਨਾਸੀ ਕਰਕੇ ਵੀ ਕਦੀ ਨਾਕੀ ਕਰਕੇ ਕਹਿ ਦਿੱਤਾ ਜਾਂਦਾ ਜੀ, ਦ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਫ ਇਮਿਊਨਾਈਜੇਸ਼ਨ। ਯੈਸ ਕਿਉਂਕਿ ਇਹਨਾਂ ਦੀ ਰੈਕਮੈਂਡੇਸ਼ਨ ਤੇ ਇਹ ਜਿਹੜੀਆਂ ਵੈਕਸੀਨਸ ਆ ਜਾਣੀ ਕੰਟਰੀ ਦੇ ਵਿੱਚ ਇਹ ਅਪਲਾਈ ਹੁੰਦੀਆਂ ਜੀ। ਹੁਣ ਉਹ ਕਹਿੰਦੇ ਆ ਜੀ ਵੀ ਇਹ ਜੇ ਤਾਂ ਕਿਸੇ ਨੂੰ ਐਸਟ੍ਰਾਜ਼ੈਨੇਕਾ ਲੱਗ ਚੁੱਕੀ, ਉਹਨਾਂ ਨੇ ਜਾਣੀ ਕਿ ਸਪੈਸੀਫਿਕ ਰੈਕਮੈਂਡੇਸ਼ਨਸ ਦਿੱਤੀਆਂ ਵੀ ਜਿਨ੍ਹਾਂ ਨੂੰ ਹੁਣ ਤੱਕ ਐਸਟ੍ਰਾਜ਼ੈਨੇਕਾ ਇੱਕ ਡੋਜ਼ ਲੱਗ ਚੁੱਕੀ ਆ, ਉਹ ਦੂਜੀ ਡੋਜ਼ ਜਿਹੜੀ ਉਹਨਾਂ ਨੂੰ ਜੌਨਸਨ ਐਂਡ ਜੌਨਸਨ ਦੀ ਦਿੱਤੀ ਜਾ ਸਕਦੀ ਆ। ਓਕੇ, ਹੁਣ ਕੁਐਸਚਨ ਵੈਸੇ ਇੱਥੇ ਇਹ ਵੀ ਉੱਠਦਾ ਵੀ ਜੌਨਸਨ ਐਂਡ ਜੌਨਸਨ ਇੱਕ ਪਾਸੇ ਤਾਂ ਵੈਕਸੀਨ ਇਸ ਗੱਲ ਦੀ ਆ ਵੀ ਉਹਦੀ ਇੱਕੋ ਹੀ ਡੋਜ਼ ਦੀ ਲੋੜ ਹੈ, ਬਿਲਕੁਲ ਨਾਲ ਹੁਣ ਇਹ ਰੈਕਮੈਂਡੇਸ਼ਨ ਇਹ ਦਿੱਤੀ ਵੀ ਜਾਣੀ ਕਹਿਣ ਦਾ ਮਤਲਬ ਫਿਰ ਇਹ ਲੱਗਦਾ ਇੰਡੀਕੇਸ਼ਨ ਤੋਂ ਕੀ ਮਿਲਦਾ ਵੀ ਐਸਟ੍ਰਾਜ਼ੈਨੇਕਾ ਸ਼ਾਇਦ ਨਿਕੰਮੀ ਦਵਾਈ ਆ। ਯੈਸ, ਵੀ ਜਿਹਨਾਂ ਨੂੰ ਇੱਕ ਡੋਜ਼ ਲੱਗੀ ਵੀ ਆ ਸ਼ਾਇਦ ਉਹਦਾ ਕੋਈ ਅਸਰ ਨਾ ਹੋਵੇ, ਤੇ ਹੁਣ ਜੌਨਸਨ ਐਂਡ ਜੌਨਸਨ ਲਾ ਦੋ ਵੀ ਉਹਦੀ ਕਿਉਂਕਿ ਡੋਜ਼ ਹੀ ਇੱਕ ਚਾਹੀਦੀ ਆ। ਸੋ ਇਸ ਰੈਕਮੈਂਡੇਸ਼ਨ ਤੋਂ ਇਹ ਲੱਗ ਰਿਹਾ ਵੀ ਜਿਹਨਾਂ ਨੂੰ ਐਸਟ੍ਰਾਜ਼ੈਨੇਕਾ ਲੱਗੀ ਆ ਉਹਨੂੰ ਉਹ ਇੱਕ ਡੋਜ਼ ਦੀ ਬਜਾਏ ਸਿਫਰ ਡੋਜ਼ ਹੀ ਸਮਝ ਰਹੇ ਵੀ ਨਹੀਂ ਉਹਨੂੰ ਨਹੀਂ ਲੱਗੀ ਅਜੇ, ਹਨਾ, ਕਿਉਂਕਿ ਜੌਨਸਨ ਐਂਡ ਜੌਨਸਨ ਦੀ ਤਾਂ ਡੋਜ਼ ਹੀ ਇੱਕ ਚਾਹੀਦੀ ਆ। ਹਾਲੇ ਤੱਕ ਤਾਂ ਅਪਰੂਵ ਨਹੀਂ ਹੋਇਆ ਤਾਂ ਕੁਛ ਹਾਲੇ ਵੀ, ਹਨਾ। ਕੰਪਲੀਟ ਇਮਿਊਨਾਈਜੇਸ਼ਨ ਵਾਸਤੇ ਜੌਨਸਨ ਐਂਡ ਜੌਨਸਨ ਇੱਕ ਵੈਕਸੀਨ ਆ ਜਿਹਦੀ ਇੱਕੋ ਡੋਜ਼ ਦੀ ਲੋੜ ਆ ਜੀ। ਹੁਣ ਕਹਿੰਦੇ ਅਸੀਂ ਵੀ ਜਾਣੀ ਕੰਪਲੀਟ ਵੈਕਸੀਨੇਟ ਕਰਨ ਦੇ ਲਈ ਜਿਨ੍ਹਾਂ ਨੂੰ ਦੂਜੀ ਡੋਜ਼ ਦੀ ਲੋੜ ਆ ਐਸਟ੍ਰਾਜ਼ੈਨੇਕਾ ਵਾਲਿਆਂ ਨੂੰ, ਉਹਨਾਂ ਨੂੰ ਜੌਨਸਨ ਐਂਡ ਜੌਨਸਨ ਲਾ ਦਿਓ। ਇਹ ਤੋਂ ਇੰਡੀਕੇਸ਼ਨ ਕੀ ਆ ਕਿ ਉਹਨਾਂ ਦੀ ਪਹਿਲੀ ਡੋਜ਼ ਜ਼ੀਰੋ ਸਮਝੀ ਜਾਊ। ਅੱਛਾ, ਐਨੀਵੇਜ਼ ਦੂਸਰੀ ਤਾਂ ਦੇਖੋ ਨਾ ਇੱਥੇ ਮੋਡਰਨਾ ਦੀ ਘਾਟ ਆ ਨਾ ਫਾਈਜ਼ਰ ਦੀ ਘਾਟ। ਬਟ ਜੌਲ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਜੇ ਲੋਕਾਂ ਨੇ ਮੋਡਰਨਾ ਲਾਈ ਆ ਉਹ ਫਾਈਜ਼ਰ ਲਗਵਾ ਲੈਣ। ਯੈਸ, ਪਰ ਹੁਣ ਨਾ ਤੇ ਮੋਡਰਨਾ ਦੀ ਘਾਟ ਆ ਨਾ ਫਾਈਜ਼ਰ ਦੀ ਘਾਟ ਆ। ਫਾਈਜ਼ਰ ਦੀ ਕੋਈ ਘਾਟ ਹੈ ਹੀ ਨਹੀਂ, ਹੁਣ ਮਿਲੀ 80% ਤੋਂ ਜ਼ਿਆਦਾ ਲੋਕਾਂ ਨੂੰ ਵੈਸੇ ਫਾਈਜ਼ਰ ਹੀ ਮਿਲ ਰਹੀ ਆ। ਸੋ ਇਸ ਕਰਕੇ ਇਹਨਾਂ ਦੋਨਾਂ ਵੈਕਸੀਨਸ ਦਾ ਕੋਈ ਕਨਫਲਿਕਟ ਵੀ ਹੈ ਨਹੀਂ, ਇਹਨਾਂ ਦੀ ਕੋਈ ਸ਼ਿਕਾਇਤ ਵੀ ਹੈ ਨਹੀਂ, ਇੱਕ ਜਗ੍ਹਾ ਦੂਜੀ ਲੱਗ ਜਾਏ ਕੋਈ ਗੱਲ ਨਹੀਂ। ਸੋ ਐਸਟ੍ਰਾਜ਼ੈਨੇਕਾ ਜੇ ਐਲੀਮੀਨੇਟ ਹੋਈ ਹੈ ਜਾਣੀ ਉਹਦੀ ਜਗ੍ਹਾ ਤੇ ਜੌਨਸਨ ਐਂਡ ਜੌਨਸਨ ਨੂੰ ਲਿਆਉਣ ਦਾ ਇੰਡੀਕੇਸ਼ਨ ਇਹ ਲੱਗ ਰਿਹਾ ਕਿ ਜਿਹੜੀ ਪਹਿਲੀ ਡੋਜ਼ ਲੱਗੀ ਉਹਨੂੰ ਨਿਕੰਮੀ ਡੋਜ਼ ਸਮਝਿਆ ਜਾ ਰਿਹਾ ਵੀ ਉਹਦਾ ਕੋਈ ਅਸਰ ਨਹੀਂ ਆ ਜੀ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਇਹ ਖਿਆਲ ਰੱਖਿਆ ਜਾਵੇ ਜਿਨ੍ਹਾਂ ਦੇ ਇੱਕ ਡੋਜ਼ ਐਸਟ੍ਰਾਜ਼ੈਨੇਕਾ ਦੀ ਲੱਗੀ ਆ, ਨੈਕਸਟ ਟਾਈਮ ਜਿਹੜੀ ਦੂਸਰੀ ਡੋਜ਼ ਆ ਉਹਨਾਂ ਨੂੰ ਉਹ ਮਿਲੇਗੀ ਜੌਨਸਨ ਐਂਡ ਜੌਨਸਨ ਦੀ। ਤੇ ਦੂਸਰਾ ਇਹ ਹੈ ਜੀ ਵੀ ਇਹ ਰੈਕਮੈਂਡੇਸ਼ਨ ਵੀ ਆਈ ਹੈ ਨਾਕੀ ਦੀ ਜਾਂ ਕਲੋ ਨਾਸੀ ਦੀ ਵੀ ਜਿਨ੍ਹਾਂ ਨੂੰ ਦੂਸਰੀ ਪਹਿਲੀ ਡੋਜ਼ ਜਾਣੀ ਜਿਹੜੀ ਵੀ ਦਵਾਈ ਦੀ ਲੱਗੀ ਆ ਹੁਣ ਵਕਤ ਸਮੇਂ 'ਚ ਵੀ ਉਸੇ ਦਵਾਈ ਦੀ ਦੂਜੀ ਜਿਹੜੀ ਡੋਜ਼ ਦਿੱਤੀ ਜਾਣੀ ਕਿਸੇ ਹੋਰ ਦੀ ਨਹੀਂ। ਸੋ ਕਿਸੇ ਨੂੰ ਜੇ ਫਾਈਜ਼ਰ ਲੱਗੀ ਆ ਸੈਕੰਡ ਡੋਜ਼ ਵੀ ਫਾਈਜ਼ਰ, ਕਿਸੇ ਨੂੰ ਜੇ ਮੋਡਰਨਾ ਲੱਗੀ ਆ ਸੈਕੰਡ ਡੋਜ਼ ਵੀ ਉਹਦੀ ਮੋਡਰਨਾ ਹੀ ਉਹਨਾਂ ਨੂੰ ਮਿਲੇ। ਲੈਟਸ ਸੀ ਕੀ ਹੁੰਦਾ ਜੀ ਜਦੋਂ ਅਗਸਤ ਦੇ ਵਿੱਚ। ਆਈ ਥਿੰਕ ਕਈਆਂ ਨੂੰ ਆਲਰੇਡੀ ਜਿਹੜੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਲਗਵਾਈ ਸੀ 3-4 ਮਹੀਨੇ ਪਹਿਲਾਂ ਉਹਨਾਂ ਦਾ ਟਾਈਮ ਤਾਂ ਹੁਣ ਆ ਗਿਆ ਦੂਸਰੇ ਵੈਕਸੀਨਸ ਦਾ। ਸਾਡੇ ਵਰਗੇ ਜਿਨ੍ਹਾਂ ਨੇ ਵੀ ਲਗਵਾਏ ਸੀ ਲਾਸਟ ਮੰਥ ਉਹਨਾਂ ਦਾ ਟਾਈਮ ਅਗਸਤ ਦੇ ਵਿੱਚ ਸਪਟੈਂਬਰ ਦੇ ਵਿੱਚ। ਸੋ ਲੈਟਸ ਸੀ ਵਾਟ ਹੈਪਨਸ ਡੂਰਿੰਗ ਦੈਟ ਟਾਈਮ ਐਂਡ ਹੋਪ ਫॉर ਦ ਬੈਸਟ। ਐਂਡ ਡਰਨ ਦੀ ਕੋਈ ਲੋੜ ਨਹੀਂ ਜੀ। ਇਹਦੇ ਵਿੱਚ ਜੇ ਕਿਹਾ ਜਾਵੇ ਤਾਂ ਜਿਹੜੇ mRNA ਹੈ ਇਹਦੇ ਵਿੱਚ ਜੌਲ ਸਾਹਿਬ ਇਟਸ ਅ ਸੇਮ ਟਾਈਪ ਆਫ ਵੈਕਸੀਨ ਸਿਮਿਲਰ। ਸੋ ਕਹਿੰਦੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਜੇ ਤੁਸੀਂ ਫਾਈਜ਼ਰ ਜਾਂ ਮੋਡਰਨਾ ਜਾਂ ਤੁਸੀਂ ਜੌਨਸਨ ਜੌਨਸਨ। ਹਾਂ, ਦਿਮਾਗ ਦੇ ਵਿੱਚ ਜੌਲ ਸਾਹਿਬ ਇਹੀ ਰਹਿਣਾ ਜ਼ਰੂਰ ਆ ਕਿ ਮੈਂ ਤਾਂ ਲਾਈ ਸੀ ਐਸਟ੍ਰਾਜ਼ੈਨੇਕਾ, ਹੋਣ ਲੱਗ ਰਹੀ ਹੈ ਜੌਨਸਨ ਜੌਨਸਨ, ਮੈਂ ਠੀਕ ਹੋਵਾਂਗਾ, ਕੋਈ ਪ੍ਰੋਬਲਮ ਤਾਂ ਨਹੀਂ ਆਊਗੀ। ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ।
ਦੂਸਰੇ ਪਾਸੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿਉਂਕਿ ਸਾਡੇ ਸਾਇੰਟਿਸਟ ਨੇ, ਰਿਸਰਚਰਸ ਨੇ, ਸਾਡੇ ਡਾਕਟਰਸ ਨੇ, ਰੱਬ ਦਾ ਰੂਪ ਇਸ ਕੰਮ ਦੇ ਵਿੱਚ ਹੀ ਆਪਣੀ ਜ਼ਿੰਦਗੀ ਲਾਈ ਹੋਈ ਆ। ਜੀ 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 ਜੇ ਉਹ ਕੁਝ ਕਹਿੰਦੇ ਨੇ ਤੇ ਉਹ ਕਿਸੇ ਗੱਲ ਦੇ, ਕਿਸੇ ਲੌਜਿਕ ਦੇ, ਕਿਸੇ ਕਨਕਲੂਜਨ ਦੇ ਆਧਾਰ ਤੇ ਕਹਿੰਦੇ ਨੇ ਜੋ ਕਿ ਪ੍ਰੂਵੇਬਲ ਆ। ਜੀ ਹੁਣ ਦੇਖੋ ਨਾ ਵੀ ਕੋਈ ਡਾਕਟਰ ਹੈ, ਉਹ ਕਦੇ ਵੀ ਮੈਂ ਪਾਇਲਟ ਜਹਾਜ਼ ਉਡਾ ਲੂੰਗਾ, ਇਹ ਸੰਭਵ ਨਹੀਂ ਹੈ ਜੀ, ਕਿਉਂਕਿ ਪਾਇਲਟ ਨੂੰ ਪਾਇਲਟ ਦਾ ਕੰਮ ਪਤਾ, ਡਾਕਟਰ ਨੂੰ ਡਾਕਟਰ ਦਾ ਕੰਮ ਪਤਾ, ਤੇ ਆਮ ਲੋਕਾਂ ਨੂੰ ਆਪਣੇ ਜੀਵਨ ਦਾ ਪਤਾ। ਉਹ ਜਾਣੀ ਆਪਣੇ ਆਪ ਨੂੰ ਸਿਆਣੇ ਤਾਂ ਅਸੀਂ ਡਾਕਟਰ ਨੂੰ ਜ਼ਿਆਦਾ ਮੰਨ ਸਕਦੇ ਹਾਂ ਘਰੇ ਬੈਠੇ, ਜੀ, ਪਰ ਹੁੰਦੇ ਨਹੀਂ ਕਿਉਂਕਿ ਉਹਨਾਂ ਨੇ ਇਸ ਕੰਮ 'ਚ ਜ਼ਿੰਦਗੀ ਲਾਈ, ਉਹਨਾਂ ਕੋਲ ਰਿਸੋਰਸਸ ਆ। ਕਿਉਂਕਿ ਅੱਜ ਗੁਰੂ ਰਾਮਦਾਸ ਜੀ ਆ ਨਾ ਜੀ, ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ। ਡਾਕਟਰ ਬਣਾਤੇ, ਪਾਇਲਟ ਬਣਾਤੇ, ਬੱਸ ਡਰਾਈਵਰ ਬਣਾਤੇ, ਲੇਬਰ ਬਣਾਤੀ, ਹਨਾ, ਸਿਰੇ ਸਿਰ ਧੰਦੇ ਲਾਇਆ। ਜੀ, ਹਰ ਵਿਅਕਤੀ ਨੂੰ ਆਪਣੇ ਕੰਮ ਦਾ ਪਤਾ, ਹਨਾ। ਹੁਣ ਡਾਕਟਰ ਜਿਹੜਾ ਉਹ ਮਿਸਤਰੀ ਦਾ ਕੰਮ ਥੋੜਾ ਜਾਣਦਾ। ਬਿਲਕੁਲ ਬਿਲਕੁਲ। ਸੋ ਜੇ ਹੁਣ ਕੱਲ ਨੂੰ ਡਾਕਟਰ ਕਵੇ ਵੀ ਮਿਸਤਰੀ ਨਾਲੋਂ ਮੈਨੂੰ ਵੱਧ ਗਿਆਨ ਹੈ, ਨਹੀਂ ਹੋ ਸਕਦਾ। ਇਦਾਂ ਹੀ ਜੇ ਮਿਸਤਰੀ ਕਵੇ ਮੈਨੂੰ ਡਾਕਟਰ ਨਾਲੋਂ ਵੱਧ ਗਿਆਨ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਜੀ। ਸੋ ਇਸੇ ਤਰ੍ਹਾਂ ਹੀ ਡਾਕਟਰਸ ਦੀ ਇਹ ਐਡਵਾਈਸ ਆ ਵੀ ਅਸੀਂ ਇਸ ਵੈਕਸੀਨ ਦੀ ਬਜਾਏ ਆਹ ਲਾ ਸਕਦੇ ਹਾਂ, ਤੇ ਉਹ ਸਾਨੂੰ ਮੰਨ ਲੈਣੀ ਚਾਹੀਦੀ। ਲਾਸਟ ਖਬਰ ਆਪਾਂ ਵਾਈਂਡ ਅਪ ਕਰਦੇ ਹਾਂ। ਜੌਲ ਸਾਹਿਬ, ਬਹੁਤ ਕੱਲ ਆਪਾਂ ਕਵਰ ਕੀਤੀ ਹੈ, ਇੱਕ 14 ਸਾਲ ਦੀ ਬੱਚੀ ਨੇ ਜਨਮ ਦਿੱਤਾ ਇੱਕ ਬੱਚੇ ਨੂੰ, ਤੇ ਉਸ ਤੋਂ ਬਾਅਦ ਫਰਾਰ ਹੋ ਗਏ। ਸ਼ੀ ਲੈਫਟ ਦ ਬੇਬੀ, ਬਟ ਬਹੁਤ ਦੁੱਖ ਲੱਗਦਾ ਕਿ 14 ਸਾਲ ਦੀ ਬੱਚੀ ਦੇ ਨਾਲ ਇਦਾਂ ਦਾ ਹਾਦਸਾ ਹੋਇਆ। ਸੋ ਇਹ ਹੁਣ ਜੀ ਕਿ ਬਚਪਨ ਦੇਖੋ 18 ਸਾਲ ਤੋਂ ਘੱਟ ਉਮਰ ਹੈ, ਤੇ ਡਿਸੀਜਨ ਮੇਕਿੰਗ ਜਿਹੜੀ ਕੁਆਲਿਟੀ ਆ ਉਹ ਬ੍ਰੇਨ ਦੇ ਵਿੱਚ ਅਜੇ ਡਿਵੈਲਪ ਨਹੀਂ ਹੋਈ ਹੁੰਦੀ। ਬਟ ਐਕਚੁਅਲੀ ਹੈਪਨ ਜੀ, ਬਟ ਫੈਕਟ ਆਫ ਦ ਮੈਟਰ ਇਜ਼ ਕਿ ਵੀ ਉਹ ਮਦਰ ਬਣੀ, ਉਹਨੇ ਬੱਚੇ ਨੂੰ ਜਨਮ ਦਿੱਤਾ। ਉਹਦੇ ਦਿਮਾਗ ਦੇ ਵਿੱਚ ਬੱਚੇ ਦੇ ਕਹ ਲਓ ਵੀ ਬੱਚੇ ਦੇ ਦਿਮਾਗ ਵਿੱਚ ਬੱਚੇ ਨੂੰ ਜਨਮ ਦੇ ਕੇ ਇਹ ਆਇਆ ਵੀ ਮੈਂ ਹੁਣ ਇਹਦਾ ਕਰਾਂ ਕੀ। ਉਹ ਜਾਣੀ ਰੈਸਟੋਰੈਂਟ ਦੇ ਵਿੱਚ ਵਾਕ ਇਨ ਕੀਤਾ ਉਹਨੇ, ਤੇ ਉੱਥੇ ਉਹ ਰੈਸਟੋਰੈਂਟ ਦੇ ਵਿੱਚ ਗੈਸਟ ਨੂੰ ਬੱਚਾ ਫੜਾ ਕੇ ਉੱਥੋਂ ਨਿਕਲ ਗਈ। ਉਹ ਬਿਲਕੁਲ ਨਵਾਂ ਹੀ, ਉਹ ਵੀ ਅੱਗੋਂ ਬੱਚੀ ਆ, ਹਨਾ, ਲੜਕੀ ਨੂੰ ਜਨਮ ਦਿੱਤਾ। ਉਹ ਫਿਰ ਰੈਸਟੋਰੈਂਟ ਵਾਲਿਆਂ ਨੇ ਚਲੋ ਉਹਦੀ ਸਾਂਭ ਸੰਭਾਲ ਕੀਤੀ, ਪੁਲਿਸ ਨੂੰ ਸੱਦਿਆ ਉਹਨਾਂ ਨੇ ਹਸਪੀਟਲ ਦੇ ਵਿੱਚ, ਤੇ ਨਾਲ ਹੀ ਫਿਰ ਥੋੜੀ ਦੇਰ ਬਾਅਦ ਜਾਣੀ ਉਹ ਲੜਕੀ ਜਿਹੜੀ ਸੀਗੀ ਲੋਕੇਟ ਵੀ ਕਰ ਲਈ ਗਈ, ਹਨਾ, ਉਹਨੂੰ ਵੀ ਹਸਪੀਟਲ ਲਿਜਾਇਆ ਗਿਆ, ਹੈਲਪ ਦਿੱਤੀ ਗਈ। ਹੁਣ ਇਹ ਪੰਜਾਬ ਦੇ ਵਿੱਚ ਵੀ ਕਲਚਰ ਹੈਗਾ ਭੰਗੂੜੇ ਵਾਲਾ, ਉੱਥੇ ਤਾਂ ਜਾਣੀ ਲੋਕ ਲੜਕੀਆਂ ਹੀ ਸੱਟਦੇ ਨਾ, ਕਦੀ ਲੜਕੇ ਨੂੰ ਕੋਈ ਭੰਗੂੜੇ 'ਚ ਰੱਖ ਕੇ ਗਿਆ ਹੋਵੇ ਦੇਖਿਆ? ਕਿਉਂਕਿ ਅਸੀਂ ਬਹੁਤ ਵੱਡੇ ਜਾਣੀ ਵਿਤਕਰੇਬਾਜ਼ ਆ, ਲੜਕੇ ਅਸੀਂ ਲੱਭਦੇ ਫਿਰਦੇ ਤੇ ਲੜਕੀਆਂ ਨੂੰ ਅਸੀਂ ਸਿੱਟਦੇ ਫਿਰਦੇ ਆ, ਤੇ ਲੜਕੀਆਂ ਨੂੰ ਜਨਮ ਦੇ ਕੇ ਘਰਾਂ ਦੇ ਵਿੱਚ ਅਸੀਂ ਲੜਕਿਆਂ ਨਾਲੋਂ ਦੂਸਰੇ ਦਰਜੇ ਦੇ ਪਰਿਵਾਰ ਦੇ ਮੈਂਬਰ ਬਣਾ ਕੇ ਵੀ ਰੱਖਦੇ ਹਾਂ। ਸਾਡਾ ਸੱਭਿਆਚਾਰ ਹੈਗਾ ਜੀ, ਹੈਗਾ, ਕਿਉਂਕਿ ਜਿਹੜਾ ਨੁਕਸ ਸਾਡੇ ਵਿੱਚ ਹੋਵੇ ਉਹਨੂੰ ਮੰਨ ਲੈਣਾ ਚਾਹੀਦਾ, ਤਦੇ ਉਹ 'ਚ ਸੁਧਾਰ ਹੋਊਗਾ। ਇਹਨੂੰ ਢੱਕ ਕੇ ਰਹਿਣ ਦੀ ਕੋਈ ਲੋੜ ਨਹੀਂ, ਭੇਜਦਾ ਨਹੀਂ ਹੈਗਾ, ਹੈਗਾ ਆ, ਹਨਾ, ਆਪਾਂ ਨੂੰ ਪਤਾ ਸਾਰਿਆਂ ਨੂੰ। ਸੋ ਇਸ ਕਰਕੇ ਵੀ ਅਸੀਂ ਲੜਕੀਆਂ ਉੱਥੇ ਸੁੱਟਦੇ ਹਾਂ, ਲੜਕਿਆਂ ਨੂੰ ਜਾਣੀ ਕਿ ਜਨਮ ਦੇਣ ਨੂੰ, ਤੇ ਆਪਾਂ ਕੈਨੇਡਾ 'ਚ ਵੀ ਇੰਪੋਰਟ ਕੀਤੀ ਹੋਈ ਦਕੀਆਂ ਨੂੰ ਸੋਚ ਜਿਹੜੀ ਆ ਵੀ ਮੁੰਡਿਆਂ ਨੂੰ ਜਨਮ ਦੇਣਾ ਜੀ, ਅਬੋਰਸ਼ਨ ਤੇ ਅਮਰੀਕਾ 'ਚ ਜਾ ਕੇ ਕਰਾਉਂਦੇ ਆਪਾਂ, ਹਨਾ। ਨਾਲ ਅਸੀਂ ਕਹਿੰਦੇ ਵੀ ਅਸੀਂ ਬਹੁਤ ਜਾਣੀ ਅਣਖੀ ਤੇ ਬੜੇ ਸਾਡੇ ਗੁਰੂ ਸਾਹਿਬ ਤੇ ਬਾਣੀ ਨੂੰ ਮੰਨਣ ਵਾਲੇ ਲੋਕ ਆ, ਤੇ ਅਬੋਰਸ਼ਨ ਲੜਕਾ ਜੰਮਣ ਲਈ ਅਸੀਂ ਕੈਨੇਡਾ ਤੋਂ ਅਮਰੀਕਾ 'ਚ ਜਾ ਕੇ ਕਰਾਵਾਂਗੇ। ਸੋ ਇਸ ਕਰਕੇ ਇਹ ਆ ਜੀ ਵੀ ਇਹ ਸੋਚਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਠੀਕ ਕਰ ਲੈਣੀਆਂ ਚਾਹੀਦੀਆਂ। ਸੋ ਏਦਾਂ ਹੀ ਨਿਊ ਜਰਸੀ ਦੇ ਵਿੱਚ ਵੀ ਇਹ ਲਾ ਹੈਗਾ ਬਕਾਇਦਾ ਤੌਰ ਤੇ ਵੀ ਕਿਸੇ ਨੇ ਆਪਣਾ ਬੱਚਾ ਜੰਮਿਆ, ਮੁੰਡਾ ਹੋਵੇ ਜਾਂ ਕੁੜੀ, ਹਨਾ, ਆਪਾਂ ਤੇ ਚਲੋ ਕੁੜੀਆਂ ਸੁੱਟਦੇ ਹਾਂ ਨਾ ਜੀ, ਵੀ ਉਹਨਾਂ ਨੂੰ ਜੇ ਨਹੀਂ ਚਾਹੀਦਾ ਤੇ ਉਹ ਬੱਚਾ ਕਿਸੇ ਵੀ ਹਸਪੀਟਲ 'ਚ ਜਾ ਕੇ ਇੱਜ਼ਤ ਮਾਣਨਾ, ਕਿਸੇ ਵੀ ਪੁਲਿਸ ਸਟੇਸ਼ਨ ਜਾ ਕੇ, ਕਿਸੇ ਫਾਇਰ ਸਟੇਸ਼ਨ ਜਾ ਕੇ ਉਹ ਦੇ ਸਕਦੇ ਵੀ ਸਾਨੂੰ ਬੱਚੇ ਦੀ ਲੋੜ ਨਹੀਂ। ਉਹ ਬੱਚੇ ਦੇ ਜਨਮ ਤੋਂ 30 ਦਿਨਾਂ ਦੇ ਵਿੱਚ ਚਲੋ ਕੂਲ ਆਫ ਪੀਰੀਅਡ ਹੈ ਜੀ, 30 ਦਿਨਾਂ ਦੇ ਵਿੱਚ ਦੇ ਸਕਦੇ। ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਇਹ ਜਿਹੜੀ ਘਟਨਾ ਉੱਥੇ ਵਾਪਰੀ ਹੈ, ਫਰਦਰ ਚਲੋ ਹੁਣ ਪੁਲਿਸ ਜਿਹੜੀ ਆ ਉੱਥੇ ਕੰਮ ਕਰ ਰਹੀ ਹੈ, ਪਰ ਉਹ ਦੋਨਾਂ ਨੂੰ, ਮਾਂ ਨੂੰ ਵੀ ਤੇ ਬੱਚੀ ਨੂੰ ਬਚਾ ਲਿਆ ਗਿਆ। ਜੌਲ ਸਾਹਿਬ, ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।